Today's topic of discussion is planar graphs in the chapter graph theory. So what is a planar graph? A planar graph is a graph drawn in the plane in such a way that no two edges intersect each other. ग्राफ ਨੂੰ ਇਸ ਤਰ੍ਹਾਂ ਡਰਾ ਕਰਨਾ ਹੈਗਾ ਕਿ ਉਹਦੇ ਵਿੱਚ ਕੋਈ ਵੀ ਦੋ ਐजेस ਇੰਟਰਸੈਕਟ ਨਾ ਕਰਨ, ਕੋਈ ਵੀ ਦੋ ਐजेस ਇੱਕ ਦੂਸਰੇ ਨੂੰ ਕ੍ਰਾਸ ਨਾ ਕਰਨ. Then such a graph is called a planar graph. In other words, a planar graph is a graph which is isomorphic to a plane graph. That is, it can be redrawn as a plane graph. अगर मान लो कोई ਤੁਹਾਨੂੰ ग्राफ गिवन है, सपोज जिवें आ एग्जांपल ਦੇ ਵਿੱਚ ਮੈਂ ਦੱਸ ਰਿਹਾ ਹੈਗਾ, ਆ ग्राफ गिवन है और ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ग्राफ ਨੂੰ ਇਹ ਐजेस ਨੂੰ ਕ੍ਰਾਸ ਕਰਕੇ ਬਣਾਇਆ ਹੋਇਆ ਹੈ. पूरे सेंटर च कोई वर्टेक्स नहीं हैगी, वर्टेक्सेस आ चार ही हैं, बाय डॉट्स रिप्रेजेंट कीतियां ने. ਤਾਂ ਇਹ ਦੋ ਐजेस ਨੂੰ ਕ੍ਰਾਸ ਕਰਕੇ ਇਹ ਗ੍ਰਾਫ ਬਣਿਆ ਹੋਇਆ. ਤਾਂ ਇਟ ਮੀਨਸ ਅਸੀਂ ਕੀ ਕਰਨਾ ਹੈਗਾ, ਹੁਣ ਇਸ ਕ੍ਰਾਸ ਨੂੰ ਰਿਮੂਵ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਇਹ ਜਿਹੜਾ ਇੰਟਰਸੈਕਸ਼ਨ ਆ ਉਹ ਰਿਮੂਵ ਹੋ ਜਾਏ. ਤਾਂ ਉਰੇ ਤੱਕ ਦਾ ਗ੍ਰਾਫ ਮੈਨੇ ਡਰਾ ਕਰ ਲਿਆ, ਉਰੇ ਤੱਕ ਕੋਈ ਇੰਟਰਸੈਕਸ਼ਨ ਨਹੀਂ, ਬਟ ਜਿਹੜੀ ਇੰਟਰਸੈਕਟ ਕਰਦੀ ਸੀ ਐਜ ਉਹਨੂੰ ਮੈਂ ਇਸ ਤਰ੍ਹਾਂ ਡਰਾ ਕਰ ਦਿੱਤਾ, ਬਾਹਰੋਂ ਦੀ ਡਰਾ ਕਰ ਦਿੱਤਾ. ਨਾਓ ਯੂ ਕੈਨ ਸੀ no two edges now intersect each other. So जो second number पे given सीगा, in other words, a planar graph is a graph which is isomorphic to a plane graph. That is, it can be redrawn as a plane graph. अगर मान लो किसी ग्राफ ਦੇ ਵਿੱਚ edges cross नहीं करदियां ने ਤਾਂ ਤੁਸੀਂ ਉਹਨੂੰ redraw ਕਰ ਸਕੋ by removing the cross. ਪਹਿਲੀ ਗੱਲ, ਜੇ ਤਾਂ cross ਹੈ ਹੀ ਨਹੀਂ ਤਾਂ ਉਹ planar graph ਹੈ. अगर कोई किसी ग्राफ ਦੇ ਵਿੱਚ crossing हैगी आ ਤਾਂ ਤੁਸੀਂ ਕੀ ਕਰਨਾ है, उस cross ਨੂੰ remove ਕਰਨ ਦੀ ਕੋਸ਼ਿਸ਼ करनी है. अगर वो cross remove हो सकता है, then that graph is called a planar graph. और बाय नेम ही क्लियर हो रहा है, प्लानर ग्राफ जिन्हों ਅਸੀਂ प्लेन ਦੇ ਵਿੱਚ ਡਰਾ ਕਰ ਸਕੀਏ by avoiding the crosses, by avoiding the intersection of the edges. That graph is called a planar graph. So non planar graph ਦੀ अगर example देखनी है, that is a K5 which is a complete graph which we have already discussed. that K5 ਕਿਵੇਂ ਡਰਾ ਕਰੀਦਾ, 5 vertices ਲੈ ਕੇ ਪਹਿਲੀ vertex ਤੋਂ ਬਾਕੀਆਂ ਸਾਰੀਆਂ ਤੱਕ edges ਡਰਾ ਕਰ ਲਓ, फिर सेकंड वर्टेक्स तो बाकी सारियां तक कर लो, फिर थर्ड वर्टेक्स तो बाकी सारियां तक कर लो, ते एट लास्ट ਤਾਂ ਕੰਪਲੀਟ ਗ੍ਰਾਫ ਵਿਦ 5 ਵਰਟਿਸਸ ਜਿਸ ਦੇ ਵਿੱਚ ਹਰੇਕ ਦੋ ਵਰਟਿਸਸ ਦੇ ਵਿੱਚ ਐਜ ਹੈਗੀ ਹੈ. ਇਹ ਇੱਕ ਨਾਨ ਪਲੈਨਰ ਗ੍ਰਾਫ ਹੈ. ਜਿਵੇਂ ਜਿਵੇਂ ਅਸੀਂ ਟੌਪਿਕ ਦੇ ਵਿੱਚ ਪ੍ਰੋਸੀਡ ਕਰਾਂਗੇ ਇਹਨੂੰ ਥਿਓਰੈਟਿਕਲੀ ਵੀ ਅਸੀਂ ਪ੍ਰੂਫ ਕਰਾਂਗੇ. ਅਗਲੀਆਂ ਕੁਝ ਵੀਡੀਓਜ਼ ਦੇ ਵਿੱਚ ਫਿਰ ਆ ਜਾਊਗਾ ਕਿ ਇਹ ਕਿਵੇਂ ਨਾਨ ਪਲੈਨਰ ਹੁੰਦਾ ਹੈ, ਇਹਦਾ ਥਿਓਰੈਟਿਕਲ ਪ੍ਰੂਫ ਵੀ ਗਿਵਨ ਦਵਾਂਗੇ. ਬਟ ਫਿਲਹਾਲ ਮੈਂ ਇਸ ਨੂੰ ਡਾਇਗਰਾਮੈਟਿਕਲੀ ਥੋੜਾ ਜਿਹਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗਾ. ਤਾਂ ਇਸ ਦੇ ਵਿੱਚ ਕਈ ਕ੍ਰਾਸਿਸ ਤੁਹਾਨੂੰ ਨਜ਼ਰ ਆ ਰਹੇ ਹਨ. ਮੈਂ ਕੋਸ਼ਿਸ਼ ਕਰਦਾ ਇਸ ਗ੍ਰਾਫ ਨੂੰ ਰੀਡਰਾ ਕਰਨ ਦੀ ਤਾਂ ਕਿ ਕ੍ਰਾਸਿਸ ਜਿਹੜੇ ਹੈ ਉਹ ਰਿਮੂਵ ਹੋ ਜਾਣ. ਤਾਂ ਇਹ ਕੁਝ ਐਸੀਆਂ ਐਜਿਸ ਸੀਗੀਆਂ ਇਸ ਗ੍ਰਾਫ ਦੀਆਂ ਜਿਨ੍ਹਾਂ ਵਿੱਚ ਕੋਈ ਕ੍ਰਾਸ ਨਹੀਂ ਹੈਗਾ, ਇਹ ਬੜੇ ਈਜ਼ੀਲੀ ਸਾਡੇ ਕੋਲੋਂ ਡਰਾ ਹੋ ਗਈਆਂ ਹੈਗੀਆਂ. ਹੁਣ ਜਿਹੜੀਆਂ ਬਾਕੀ ਦੀਆਂ ਐਜਿਸ ਰਿਮੇਨਿੰਗ ਰਹਿ ਗਈਆਂ, ਨੰਬਰ 1 ਦਿਸ ਐਜ, ਇਹ ਵਾਲੀ ਐਜ ਇੱਕ ਰਿਮੇਨਿੰਗ ਰਹਿ ਗਈ, ਫਿਰ ਇੱਕ ਇਹ ਵਾਲੀ ਐਜ ਰਿਮੇਨਿੰਗ ਰਹਿ ਗਈ ਹੈਗੀ, ਔਰ ਫਿਰ ਆਪਣੇ ਕੋਲ ਇਹ ਵਾਲੀ ਇੱਕ ਐਜ ਇਹ ਰਿਮੇਨਿੰਗ ਰਹਿ ਗਈ ਹੈ. ਇਹ ਤਿੰਨ ਐਜਿਸ ਰਿਮੇਨਿੰਗ ਰਹਿ ਗਈਆਂ ਹੈਗੀਆਂ ਜਿਹੜੀਆਂ ਇਸ ਗ੍ਰਾਫ ਦੇ ਵਿੱਚ ਹਲੇ ਮੈਂ ਡਰਾ ਨਹੀਂ ਕੀਤੀਆਂ ਹੈਗੀਆਂ. ਸੋ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇਹਨਾਂ ਐਜਿਸ ਨੂੰ ਡਰਾ ਕਰ ਸਕੀਏ ਬਾਈ ਰਿਮੂਵਿੰਗ ਦ ਕ੍ਰਾਸਿਸ. ਫਸਟਲੀ ਇਸ ਐਜ ਨੂੰ ਮੈंने ਡਰਾ ਕਰ ਦਿੱਤਾ, ਯੂ ਕੈਨ ਸੀ ਇਹ ਬਾਹਰੋਂ ਦੀ ਡਰਾ ਹੋ ਗਿਆ ਕਿਉਂਕਿ ਇਸ ਐਜ ਦਾ ਮਤਲਬ ਸੀ ਇਹਨਾਂ ਦੋ ਵਰਟਿਸਿਸ ਦੇ ਵਿੱਚ ਐਜ ਆਣੀ ਚਾਹੀਦੀ ਹੈ, ਔਰ ਇਹ ਐਜ ਮੈਂ ਬਾਹਰੋਂ ਦੀ ਡਰਾ ਕਰ ਦਿੱਤੀ. ਫਿਰ ਮੈਂ ਸੈਕੰਡਲੀ ਇਹ ਵਾਲੀ ਜਿਹੜੀ ਐਜ ਹੈ ਇਹ ਵੀ ਡਰਾ ਕਰ ਦਿੱਤੀ ਬਾਹਰੋਂ ਦੀ, ਇੱਥੋਂ ਦੀ ਤੁਸੀਂ ਦੇਖ ਸਕਦੇ ਹੋ. ਬਟ ਹੁਣ ਜਦੋਂ ਮੈਂ ਥਰਡ ਐਜ ਨੂੰ ਡਰਾ ਕਰਾਂਗਾ, ਜਿਹੜੀ ਥਰਡ ਮੇਰੀ ਪੈਂਡਿੰਗ ਰਹਿ ਗਈ ਹੈਗੀ ਐਜ, ਉਸ ਨੂੰ ਅਗਰ ਮੈਂ ਡਰਾ ਕਰਾਂਗਾ ਤਾਂ ਤੁਸੀਂ ਦੇਖ ਸਕਦੇ ਹੋ ਆਹ ਵਾਲੀ ਐਜ ਇਹ ਇੰਟਰਸੈਕਟ ਕਰੇਗੀ ਹੀ ਕਰੇਗੀ, ਇਸ ਨੂੰ ਉਰੇ ਇੰਟਰਸੈਕਟ ਕਰੇਗੀ. ਅਗਰ ਤੁਸੀਂ ਇਸ ਨੂੰ ਕਿਸੇ ਹੋਰ ਤਰੀਕੇ ਤੋਂ ਕਿਸੇ ਹੋਰ ਤਰੀਕੇ ਨਾਲ ਕਿਤੋਂ ਦੀ ਲੈ ਕੇ ਆਓਗੇ ਫਿਰ ਵੀ ਉਹ ਜਾਂ ਇਹਨੂੰ ਇੰਟਰਸੈਕਟ ਕਰੇਗੀ ਜਾਂ ਇਹਨੂੰ ਇੰਟਰਸੈਕਟ ਕਰੇਗੀ. ਸੋ ਇੱਕ ਕ੍ਰਾਸ ਇਸ ਗ੍ਰਾਫ ਦੇ ਵਿੱਚੋਂ ਨਹੀਂ ਰਿਮੂਵ ਕੀਤਾ ਜਾ ਸਕਦਾ. ਇਸ ਗ੍ਰਾਫ ਨੂੰ ਰੀਡਰਾ ਜੇ ਅਸੀਂ ਕਰਦੇ ਹਾਂ ਫਿਰ ਵੀ ਕ੍ਰਾਸ ਆਏਗਾ ਹੀ ਆਏਗਾ. So this is an example of a non-planar graph. So now moving on to the some of the terminology in the topic planar graph. कुछ ऐसी चीज़ां ਜਿਹੜੀਆਂ planar graphs ਦੇ ਵਿੱਚ ਅਸੀਂ discuss ਕਰਾਂਗੇ ਤੇ then ਇੱਕ ਅੱਜ ਦੇ lecture ਦੇ ਵਿੱਚ proof ਕਰਾਂਗੇ and the important formula which is called Euler's formula related to the planar graphs. So first concept is the region. It is the area bounded by edges in a planar graph. ਤੁਸੀਂ ਕੀ ਕਰਨਾ ਹੈ, ਪਹਿਲਾਂ ਗ੍ਰਾਫ ਦੀ ਪਲੈਨਰ ਡਿਪਿਕਸ਼ਨ ਬਣਾ ਲੈਣੀ ਹੈ. ਮੀਨਸ ਜੇ ਕੋਈ ਕ੍ਰਾਸਿਸ ਹੈਗੇ ਨੇ ਉਸ ਗ੍ਰਾਫ ਦੇ ਵਿੱਚੋਂ ਰਿਮੂਵ ਕਰਕੇ ਉਹਨੂੰ ਪਲੈਨਰ ਗ੍ਰਾਫ ਬਣਾ ਲੈਣਾ. ਅਗਰ ਨਹੀਂ ਗਿਵਨ ਹੈਗਾ ਪਲੈਨਰ ਮਤਲਬ ਉਸ ਦੇ ਵਿੱਚੋਂ ਕ੍ਰਾਸਿਸ ਰਿਮੂਵ ਕਰ ਲੈਣੇ. ਫਿਰ ਰੀਜਨ ਕੀ ਹੁੰਦਾ ਹੈ, ਇਟ ਇਜ਼ ਦਾ ਏਰੀਆ ਬਾਉਂਡਡ ਬਾਈ ਐਜਿਸ ਇਨ ਅ ਪਲੈਨਰ ਗ੍ਰਾਫ. ਫॉर एग्जांपल you can see on your screen a diagram. This is a planar graph because you can see there is no crossing of edges in it. So you can see कि इस ग्राफ ਦੇ ਵਿੱਚ ਜੇ ਅਸੀਂ ਇਸ ਪੂਰੀ ਸਕਰੀਨ ਨੂੰ ਐਜ਼ ਅ ਪਲੇਨ ਕੰਸੀਡਰ ਕਰਦੇ ਹਾਂ, then you can see this screen is divided into three parts. Number 1 is R1,
number 2 is R2, and number 3 is R3. So these are the regions, the areas bounded by the edges in a planar graph. So R1 is an area which is bounded by these 4 edges, 1, 2, 3, and 4. And R2 is an area bounded by these 3 edges, 1, 2, 3. And R3, which is the outside area, which is also known as the infinite region, it is bounded by these 4 edges, 1, 2, 3, 4. So in this way, the regions are seen in the planar graph. So every graph has at least one region. हर एक graph कोल घट्टो घट एक region ਤਾਂ ਹੋਏਗਾ, that is the infinite region, ਜਿਹੜਾ ਇਹ outside region ਹੁੰਦਾ। ਤਾਂ ਇੱਕ ਤੋਂ ਜ਼ਿਆਦਾ ਰੀਜਨ ਕਦੋਂ ਬਣਦੇ ਆ ਗ੍ਰਾਫ ਦੇ ਵਿੱਚ? ਜਦੋਂ ਆਪਣੇ ਕੋਲ ਗ੍ਰਾਫ ਦੇ ਵਿੱਚ ਕੋਈ ਸਾਈਕਲ ਕ੍ਰੀਏਟ ਹੋ ਜਾਂਦਾ, ਜਿਵੇਂ ਇਸ ਨੂੰ ਅਸੀਂ ਸਾਈਕਲ ਬੋਲਦੇ ਹੁੰਦੇ ਆ ਕਿ ਅਸੀਂ ਜੇ ਇਸ ਵਰਟੈਕਸ ਤੋਂ ਟ੍ਰੇਸਿੰਗ ਸ਼ੁਰੂ ਕਰੀਏ 1 2 फिर 3 फिर 3 2 1, एक साइकिल हो गया कि 1 तो शुरू किया वापस 1 ਤੇ ਹੀ ਆ ਗਏ। ਤਾਂ ਉਦੋਂ ਇੱਕ ਤੋਂ ਜ਼ਿਆਦਾ ਆਪਣੇ ਕੋਲ ਰੀਜ਼ਨਸ ਆਉਂਦੇ ਆ, ਬਟ ਘੱਟੋ ਘੱਟ ਹਰੇਕ ਗ੍ਰਾਫ ਦੇ ਕੋਲ ਇੱਕ ਰੀਜ਼ਨ ਤਾਂ ਜ਼ਰੂਰ ਹੁੰਦਾ ਹੀ ਹੁੰਦਾ, ਐਂਡ ਦੈਟ ਰੀਜ਼ਨ ਇਜ਼ ਦਾ ਇਨਫਾਈਨਾਈਟ ਰੀਜ਼ਨ। ਤੇ ਨੈਕਸਟ ਥਿੰਗ ਇਜ਼ ਦਾ ਡਿਗਰੀ ਆਫ ਦਾ ਰੀਜਨ। Degree of the region is number of edges need to bound the region, cut edge counting twice। ਜਿੰਨੀਆਂ edges ਉਸ region ਨੂੰ bound ਕਰਨ ਵਾਸਤੇ use ਹੋਈਆਂ ਨੇ ਉਹਨਾਂ ਦੀ ਗਿਣਤੀ, ਬਟ ਜੇ ਕੋਈ edge cut edge ਹੈ ਉਹ 2 times count ਕਰਨੀ ਹੈ। ਜਿਵੇਂ R2 ਦੀ ਅਗਰ ਅਸੀਂ ਗੱਲ ਕਰੀਏ, ਇਸ ਦੇ ਵਿੱਚ 3 edges use ਹੋਈਆਂ ਨੇ 1 2 3, and none of the 3 edges is a cut edge। cut edge ਕਿਵੇਂ ਚੈੱਕ ਕਰਨੀ? ਤੁਸੀਂ ਉਹਨੂੰ delete ਕਰਕੇ ਦੇਖਣਾ ਹੈਗਾ, ਇੱਕ ਟਾਈਮ ਲਈ ਉਹਨੂੰ ਹਾਈਡ ਕਰਕੇ ਦੇਖਣਾ ਹੈਗਾ ਕਿ ਜੇ ਸਪੋਜ਼ ਅਸੀਂ ਇਸ edge ਨੂੰ delete ਕਰਦੇ ਹਾਂ ਤਾਂ ਗ੍ਰਾਫ ਡਿਸਕਨੈਕਟ ਹੋਊਗਾ, ਨਹੀਂ ਹੁੰਦਾ ਪਿਆ। ਇਹਨਾਂ ਦੋ ਵਰਟਿਸਿਸ ਦੇ ਵਿੱਚ ਕਨੈਕਸ਼ਨ ਫੇਰ ਵੀ ਰਹੇਗਾ ਹੀ ਰਹੇਗਾ, ਔਰ ਇਸੇ ਤਰ੍ਹਾਂ ਜੇ ਇਹਨੂੰ ਡਿਲੀਟ ਕਰਦੇ ਆ ਤਾਂ ਵੀ ਕਨੈਕਸ਼ਨ ਰਹੇਗਾ ਹੀ ਰਹੇਗਾ, ਇਹਨੂੰ ਡਿਲੀਟ ਕਰਦੇ ਆ ਤਾਂ ਵੀ ਕਨੈਕਸ਼ਨ ਰਹੇਗਾ ਹੀ। So none of the edge is a cut edge, so simply count the number of edges in R2, that is 3. So degree of R2 is 3. Similarly degree of R3, it is 4 because R3 ਜਿਹੜਾ outside region ਹੈ ਉਹਦੇ ਵਿੱਚ ਆ 4 edges use ਹੋ ਰਹੀਆਂ, so its degree is 4. But in R1 I have mentioned the degree is equal to 5. You can see 1 2 3, 3 डिग्री ਤਾਂ ਇਹ 3 edges ਦੇ ਕਰਕੇ ਆਈ ਹੈ, but 5 ਕਿਉਂ ਲਿਖੀ ਹੈ? ਕਿਉਂਕਿ ਜਿਹੜੀ ਇਹ edge ਮੈंने red line ਨਾਲ draw ਕੀਤੀ ਹੈ, this is a cut edge, because if you delete it from the graph then your graph will become disconnected। ਜਿਹੜਾ ਗ੍ਰਾਫ ਇਸ ਵਰਟੈਕਸ ਦਾ ਕਨੈਕਸ਼ਨ ਹੈ ਇਸ ਵਰਟੈਕਸ ਨਾਲੋਂ ਫਿਰ ਟੁੱਟ ਜਾਏਗਾ ਜੇ ਇਹ ਐਜ ਡਿਲੀਟ ਹੋ ਜਾਂਦੀ ਹੈ ਤਾਂ ਗ੍ਰਾਫ ਡਿਸਕਨੈਕਟ ਹੋ ਜਾਊ। ਤਾਂ ਇਹ ਐਜ ਇੱਕ ਕੱਟ ਐਜ ਹੈਗੀ ਹੈ, ਸੋ ਦੈਟਸ ਵਾਈ 3 ਐਜਸ ਇਹ ਕਾਊਂਟ ਕੀਤੀਆਂ ਹੈਗੀਆਂ ਔਰ ਕੱਟ ਐਜ ਨੂੰ 2 ਟਾਈਮਸ ਕਾਊਂਟ ਕੀਤਾ ਹੈ, ਤਾਂ ਇਸ ਨੂੰ 2 ਕਾਊਂਟ ਕੀਤਾ, ਸੋ 3 + 2 R1 ਦੀ ਡਿਗਰੀ ਕਿੰਨੀ ਆ ਗਈ ਸਾਡੇ ਕੋਲ? 5 ਆ ਗਈ। ਇਨ ਦਿਸ ਵੇ ਯੂ ਕੈਨ ਕੈਲਕੂਲੇਟ the degrees of the region। So the next thing is the tree। This is a small definition just only here, just because we have to use this definition in the Euler's formula proof। So I am just mentioning just a brief note for the tree कि tree की ਹੁੰਦਾ है, it is a connected graph with no cycles। For example this one you can see on your screen, I have made some graphs, this is a tree and this is a tree। In tree we have 2 conditions, connected with no cycles। The graph must be connected but there is no cycle in the graph, because if suppose if I make this edge then there is a cycle in the graph, there is a circuit in the graph in between these 3 vertices 1 2 3। So if I don't make this edge then there is no cycle in this graph। Such a graph is called a tree which is connected as well as free of cycles। So in this graph you can see there is also not there is any cycle, so this is also a tree। So in the tree we always have only one region। You can see there is only one region in this tree, that is the infinite region R1। और किते भी कोई भी एरिया बाउंड नहीं हो रहा। इस स्क्रीन ਤੁਸੀਂ ਦੇਖ ਸਕਦੇ ਹੋ, ਇਸ ਨੂੰ ਅਗਰ ਐਜ਼ ਅ ਪਲੇਨ ਕੰਸੀਡਰ ਕਰਦੇ ਹੋ ਤਾਂ ਇੱਕੋ ਹੀ ਰੀਜਨ ਇਸ ਸਕਰੀਨ ਦੇ ਉੱਪਰ ਤੁਹਾਨੂੰ ਨਜ਼ਰ ਆ ਰਿਹਾ, that is the infinite region for this graph only। I am saying from for this graph only, ਤਾਂ ਇੱਕੋ ਹੀ ਰੀਜਨ ਇਹ ਬਣ ਰਿਹਾ, that is the infinite region। So a tree always have only one region, that is the infinite region। And for tree one of the important result is number of edges is always equal to number of vertices minus 1। In a tree this result always holds true, this is a universal result for the tree, number of edges equal to number of vertices minus 1। In the given examples you can also verify it। There are 4 vertices in this graph, 1 2 3 4, and there are 3 edges in this graph। So number of edges are 3, number of vertices are 4, 3 is equal to 4 minus 1। In this graph you can also verify it। In this graph we have 1 2 3 4 5 vertices and 4 edges, so 4 edges and vertices 5, this is also holds। So this is a universal result for a tree, number of edges equal to number of vertices minus 1। So just giving the brief note for the tree here, because we have to use it in the next theorem, which is the Euler's formula। So Euler's formula which we have to prove, so what is the statement? Firstly
for Euler's formula. So for Euler's formula, so the statement let G is equal to VE is a connected planar graph. We are given a graph which is connected as well as planar, and let R is the number of regions defined by the planar depiction of G. That means अगर वो graph ਜਿਹੜਾ है अगर मान लो हैगा तो planar है, but जे मान लो उसਦੇ ਵਿੱਚ crossing of edges हैं तो ਅਸੀਂ ਪਹਿਲਾਂ ਉਹਨੂੰ remove ਕਰਨਾ है और ਉਹਦੀ planar depiction ਬਣਾ ਲੈਣੀ ਹੈ, ਜਿਵੇਂ ਮੈਂ first ਹੀ slide ਦੇ ਵਿੱਚ ਤੁਹਾਨੂੰ ਸਿਖਾਇਆ ਸੀਗਾ ਕਿ ਕਿਵੇਂ crosses ਨੂੰ ਅਸੀਂ remove ਕਰਨਾ ਹੈ. So firstly we will make its planar depiction. So ਤੇ planar depiction ਬਣਾਉਣ ਤੋਂ ਬਾਅਦ regions ਜਿਹੜੇ हैं वो ਅਸੀਂ count करने हैं. Let R be the number of regions defined by the planar depiction of G. Then we have this formula, number of regions R is equal to E minus V plus 2, number of edges minus number of vertices plus 2. So this is the Euler's formula which we need to prove here. So coming to the proof of the Euler's formula, we prove the result by induction. We will apply mathematical induction on K. K is the number of regions determined by G. We will apply mathematical induction, principle of mathematical induction on the number of regions, and let us suppose there are K regions in the graph G. So according to the mathematical induction first step, we shall prove the result for K equal to 1. So for K equal to 1 means number of regions equal to 1. So in the previous slide, I have already discussed that the number of regions equal to 1 only are possible in the case of a tree, because we are given the graph to be connected, and if we have to make only one region, that means we don't have to make the cycle in the graph. And if graph is connected as well as cycle free, then it is a tree. So that's why I have mentioned here a tree determines the above region. For example, this one, which we have already discussed in the previous slide also. This is an example of a tree, and there is only one region in this graph, and ਹੋਰ ਕੋਈ ऐसा ग्राफ पॉसिबल नहीं हो सकता जिसਦੇ ਵਿੱਚ ਇੱਕੋ ਹੀ ਰੀਜਨ ਹੋਵੇ ਔਰ ਉਹ ਕਨੈਕਟਡ ਹੋਵੇ। ਤਾਂ ਅਗਰ ਕੋਈ ਹੋਰ ਗ੍ਰਾਫ ਤੁਸੀਂ ਬਣਾਓਗੇ, ਅਗਰ ਉਹ ਸਾਈਕਲਸ ਵਾਲਾ ਹੋਏਗਾ ਤਾਂ ਉਹਦੇ ਵਿੱਚ ਰੀਜਨਸ ਦੀ ਗਿਣਤੀ ਵੱਧ ਜਾਣੀ ਹੈ। ਤਾਂ ਸਾਈਕਲ ਫ੍ਰੀ ਹੋਵੇ ਔਰ ਕਨੈਕਟਡ ਹੋਵੇ ਤਾਂ ਐਸਾ ਗ੍ਰਾਫ ਟਰੀ ਹੀ ਹੋ ਸਕਦਾ ਹੈ। ਸੋ ਇਸ ਕੇਸ ਦੇ ਵਿੱਚ ਫਿਰ ਕੀ ਹੋਏਗਾ, ਫਰੋਮ ਦਾ ਫਾਰਮੂਲਾ ਵੀ ਹੈਵ ਨੰਬਰ ਆਫ ਰੀਜਨ ਅਗਰ ਇਕੁਅਲ ਟੂ 1 ਅਸੀਂ ਪੁੱਟ ਕਰ ਦਈਏ, ਕਿਉਂਕਿ k ਇਕੁਅਲ ਟੂ 1 ਲਿੱਤਾ ਸੀ, we would have E is equal to V minus 1. You can see ਇਸ ਦੇ ਵਿੱਚ ਅਗਰ ਇਹਨਾਂ ਦੋ ਟਰਮਸ ਨੂੰ ਅਸੀਂ ਇੱਧਰ ਸਵਿਚ ਕਰ ਦਈਏ ਲੈਫਟ ਸਾਈਡ ਤੇ, you will get E equal to V minus 1, which is a true result. Number of edges equal to number of vertices minus 1, which is always true for a tree. So whenever we substitute k equal to 1, we are arriving on a true result. We are arriving on a universal result, which is always true for a tree. So that means our supposition for k equal to 1 holds true for the graphs. So result is true for k equals to 1. Now the second step of the induction, let us assume that the result is true for all k greater than or equal to 1. That means we are assuming the result is true for k. And to verify the principle of mathematical induction, we have to prove it for k plus 1. So the second step of the mathematical induction is, let us assume result is true for all k. And now the third step, we will assume a graph with k plus 1 regions, and we shall prove the result for k plus 1 also. Then by the principle of mathematical induction, Euler formula holds true. So what to do now if we have k plus 1 regions? He says remove an edge which is common to the boundary of two regions. For example, ਜਿਵੇਂ ਅਸੀਂ last slides ਦੇ ਵਿੱਚ ਇੱਕ example discuss ਕੀਤੀ ਸੀਗੀ, ਇਹ ਇਸ ਤਰ੍ਹਾਂ ਦਾ ਗ੍ਰਾਫ ਅਸੀਂ ਬਣਾਇਆ ਸੀ 5 vertices ਵਾਲਾ, ਤੇ ਇਸ ਦੇ ਵਿੱਚ ਸਾਡੇ ਕੋਲ ਤਿੰਨ ਰੀਜਨਸ ਜਿਹੜੇ ਹੈਗੇ ਨੇ ਉਹ ਨਜ਼ਰ ਆ ਰਹੇ ਸੀਗੇ, R1, R2 and R3. ਇਹ ਤਿੰਨ ਰੀਜਨਸ ਨਜ਼ਰ ਆ ਰਹੇ ਸੀਗੇ, and we have to do what? We have to just delete an edge which is common in the two regions. That means you can delete this edge, you can delete this edge, you can delete this edge or this, but you can't delete this edge, ਕਿਉਂਕਿ ਇਹ ਵਾਲੀ ਜਿਹੜੀ edge ਹੈ ਇਹ common ਨਹੀਂ ਹੈਗੀ ਦੋ regions ਦੇ ਵਿੱਚ। ਅਸੀਂ ਉਹ ਵਾਲੀ edge delete ਕਰਨੀ ਜਿਹੜੀ ਦੋ regions ਦੇ ਵਿੱਚ common ਹੈ। ਤਾਂ ਉਹ ਵਾਲੀ edge ਉਹਨਾਂ ਚਾਰਾਂ ਦੇ ਵਿੱਚੋਂ ਪੰਜਾਂ ਦੇ ਵਿੱਚੋਂ ਕੋਈ ਵੀ ਹੋ ਸਕਦੀ ਹੈ, ਬਟ ਜਿਹੜੀ cut edge ਵਾਲੀ ਸੀ ਉਹ ਨਹੀਂ delete ਕਰਨੀ। Remove an edge which is common to the boundary of two regions, and ਇੱਕ edge delete ਕਰਨ ਦੇ ਨਾਲ ਫਿਰ ਜਿਹੜਾ ਨਵਾਂ ਗ੍ਰਾਫ ਸਾਡੇ ਕੋਲ ਬਣੇਗਾ, let us suppose it is G dash। ਔਰ ਇੱਕ edge ਜਦੋਂ ਤੁਸੀਂ delete ਕਰ ਦਿੱਤੀ, suppose ਅਗਰ ਤੁਸੀਂ ਆਹ ਵਾਲੀ edge delete ਕਰ ਦਿੱਤੀ ਤਾਂ ਫਿਰ ਕੀ ਹੋਣਾ ਸੀਗਾ ਕਿ ਜਿਹੜਾ R1 ਤੇ R2 ਹੈ ਤੁਹਾਡਾ ਮਰਜ ਹੋ ਜਾਏਗਾ, ਤਾਂ ਇੱਕ ਰੀਜਨ ਜਿਹੜਾ ਹੈਗਾ ਗ੍ਰਾਫ ਦੇ ਵਿੱਚੋਂ ਉਹ ਘਟ ਜਾਏਗਾ। ਸੋ ਇਸੇ ਕਰਕੇ ਇੱਕ G dash ਜਿਹੜਾ ਗ੍ਰਾਫ ਸਾਡੇ ਕੋਲ obtain ਹੋਏਗਾ ਉਹਦੇ ਵਿੱਚ ਕਿੰਨੇ ਰੀਜਨਸ ਹੋਣਗੇ? k ਰੀਜਨਸ।
और k वास्ते ਅਸੀਂ ਰਿਜ਼ਲਟ ਜਿਹੜਾ ਹੈਗਾ ਉਹ true suppose ਕੀਤਾ ਹੋਇਆ ਹੈ। ਸੋ ਅਸੀਂ ਮੰਨ ਲੈਂਦੇ ਹਾਂ ਕਿ g dash ਦੇ number of vertices v dash ਹੈ, number of edges e dash ਹੈ और number of regions r dash, denote respectively the number of vertices, number of edges and regions of g dash. Then we must have Euler's formula holds true for g dash, क्योंकि g k regions ਲਈ ਅਸੀਂ proof ਕੀਤਾ ਹੋਇਆ ਕਿ ਜਿਹੜਾ result ਹੈਗਾ ਉਹ hold ਕਰਦਾ ਹੈ। ਹੁਣ ਜੇ ਅਸੀਂ ਇਹਨੂੰ ਐਕਚੁਅਲ ਗ੍ਰਾਫ ਨਾਲ ਕੰਪੇਅਰ ਕਰੀਏ ਤਾਂ ਕੀ ਹੋਇਆ, ਅਸੀਂ ਇੱਕ ਐਜ ਡਿਲੀਟ ਕੀਤੀ, ਐਜ ਡਿਲੀਟ ਕਰਨ ਦੇ ਨਾਲ ਇੱਕ ਰੀਜਨ ਜਿਹੜਾ ਹੈਗਾ ਉਹ ਘਟ ਗਿਆ, ਬਟ ਵਰਟਿਸਿਸ ਨੂੰ ਤਾਂ ਕੋਈ ਫਰਕ ਨਹੀਂ ਪਿਆ। ਤਾਂ ਜੀ ਡੈਸ਼ ਜਿਹੜਾ ਗ੍ਰਾਫ ਹੈ ਉਸ ਦੇ ਨੰਬਰ ਆਫ ਵਰਟਿਸਿਸ ਵੀ ਡੈਸ਼ ਤੇ origignal ਗ੍ਰਾਫ ਦੇ ਨੰਬਰ ਆਫ ਵਰਟਿਸਿਸ ਬਰਾਬਰ ਰਹੇ। ਜੀ ਡੈਸ਼ ਦੇ ਨੰਬਰ ਆਫ ਐਜਸ ਇੱਕ ਘਟ ਗਏ origignal ਗ੍ਰਾਫ ਤੋਂ e-1 ਹੋ ਗਏ, ਤੇ ਨੰਬਰ ਆਫ ਜਿਹੜੇ ਰੀਜਨਸ ਹੈ ਉਹ ਵੀ ਇੱਕ ਘਟ ਗਏ r-1 ਹੋ ਗਏ। ਸੋ ਅਸੀਂ ਜੋ ਫਾਰਮੂਲਾ ਪ੍ਰੂਫ ਕਰਨਾ ਹੈ g ਵਾਸਤੇ ਉਹਦੀ ਲੈਫਟ ਹੈਂਡ ਰਾਈਟ ਹੈਂਡ ਸਾਈਡ ਲੈ ਕੇ ਚੱਲਦੇ ਹਾਂ e-v+2। e ਦੀ ਵੈਲਿਊ ਇਹਦੇ ਵਿੱਚੋਂ ਸਬਸਟੀਟਿਊਟ ਕਰੋ, ਤੁਸੀਂ ਚੈੱਕ ਕਰ ਸਕਦੇ ਹੋ ਕੀ ਬਣੇਗੀ ਇਸ ਦੇ ਵਿੱਚੋਂ। ਅਗਰ e ਦੀ ਵੈਲਿਊ ਪੁੱਟ ਕਰੀਏ e'+1, v ਦੀ ਵੈਲਿਊ ਐਜ਼ ਇਟ ਇਜ਼ v'+2 ਕਿਉਂਕਿ v v dash ਸੀਗਾ, ਤੇ ਇਸ ਦੇ ਵਿੱਚੋਂ e' v'+2 ਨੇ ਇਕੱਠਾ ਕਰ ਲਿੱਤਾ ਜਾਵੇ ਤਾਂ from 1 ਇਸ ਦੀ ਵੈਲਿਊ r' ਪੁੱਟ ਹੋਗੀ, r'+1 ਰਹਿ ਗਿਆ, ਔਰ r'+1 ਕਿਸ ਦੇ ਬਰਾਬਰ ਹੈ, ਇਹਦੇ ਵਿੱਚੋਂ ਤੁਸੀਂ ਚੈੱਕ ਕਰ ਸਕਦੇ ਹੋ r ਦੇ ਇਕੁਅਲ ਹੈ। ਸੋ ਇਟ ਮੀਨਸ ਜਿਹੜਾ ਆਇਲਰਸ ਫਾਰਮੂਲਾ ਹੈਗਾ ਉਹ g ਗ੍ਰਾਫ ਵਾਸਤੇ ਵੀ ਵੈਲਿਡ ਹੋ ਗਿਆ, ਕਿਉਂਕਿ ਇਹ ਸਾਰੀਆਂ ਨੋਟੇਸ਼ਨਸ g ਵਾਸਤੇ ਸੀਗੀਆਂ e, v ਐਂਡ r। ਸੋ g ਦੇ ਵਿੱਚ ਜੇ k+1 ਰੀਜ਼ਨ ਸੀਗੇ ਉਹਦੇ ਵਾਸਤੇ ਵੀ ਹੋਲਡ ਟਰੂ ਕਰ ਗਿਆ ਰਿਜ਼ਲਟ। ਸੋ ਹੈਂਸ ਦਾ ਰਿਜ਼ਲਟ ਫੋਲੋਜ਼ ਬਾਈ ਇੰਡਕਸ਼ਨ। Now the example based on the Euler formula. Verify Euler's formula for the following graph. This is the given graph for which we have to verify the Euler's formula. So the first step is, firstly we will find planar depiction of the given graph. ਜਿਹੜਾ given graph ਹੈ ਇਹਦਾ planar graph ਜਿਹੜਾ planar depiction ਹੈ ਉਹ ਅਸੀਂ find ਕਰਾਂਗੇ। Means ਜਿਹੜੇ ਵੀ ਕੋਈ crosses ਹੈ ਪਹਿਲਾਂ ਉਹਨਾਂ ਨੂੰ ਅਸੀਂ remove ਕਰਾਂਗੇ। ਤਾਂ ਇੱਕੋ ਹੀ cross ਸੀਗਾ ਉਹਨੂੰ remove ਕਰ ਲਿਆ ਔਰ ਬਾਹਰੋਂ ਦੀ edge ਇਹ draw ਕਰ। ਹੁਣ ਜਦੋਂ ਅਸੀਂ crosses remove ਕਰ ਲਏ, planar depiction ਬਣਾ ਲਿਆ, now we will count the number of regions in this graph. In this graph we have 4 regions, r1, r2, r3, r4. So we have number of regions, that is r is equal to 4. Number of vertices which are marked as the circles, you can see they are also 4 in number, so number of vertices are also 4. And number of edges, let us count them. Number of edges are 6, 4 boundary edges, 4, 5 diagonal and 6, this is the second diagonal. So number of edges are 6. So we have to verify Euler's formula. So Euler's formula says r is equal to e-v+2. So let us verify it. R is 4, e is 6, v is 4 and plus 2. So if you calculate the right hand side, you will again get 4. So 4 is equal to 4, which is true. Hence Euler's formula is verified for such a graph. So what you have to do whenever you have to verify Euler's formula, firstly make the planar depiction. Firstly remove all the crosses, because then you can find the regions. You can't say in this graph we have region this r1, this r2. No, this is false. Firstly you have to make the planar depiction. That means you have to remove the crosses, then you can find the regions. ਉਸ ਤੋਂ ਬਾਅਦ ਤੁਸੀਂ regions count ਕਰਨੇ ਹੈ ਤੇ ਫਾਰਮੂਲੇ ਦੇ ਵਿੱਚ ਪੁੱਟ ਕਰਕੇ ਦੇਖਣਾ left side equal to right side ਆ ਰਹੀ ਹੈ। If it is so, then that means Euler formula is verified.